ਵੈਲਕਮ ਸਟੂਡੈਂਟਸ। ਅੱਜ ਅਸੀਂ ਪੜਾਂਗੇ ਟਰਾਇਐਂਗਲਸ ਦੇ ਬਾਰੇ। ਇਸ ਨੂੰ ਅਸੀਂ ਪੰਜਾਬੀ 'ਚ ਤਿਕੋਣ ਆਖਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਹੈ ਇਕੁਲੇਟਰਲ ਟਰਾਇਐਂਗਲਸ। ਇਸ ਨੂੰ ਅਸੀਂ ਪੰਜਾਬੀ 'ਚ ਸਮਭੁਜੀ ਤਿਕੋਣ ਆਖਦੇ ਹਾਂ। ਭਾਵ ਕਿਸ ਦੀਆਂ ਸਾਰੀਆਂ ਭੁਜਾਵਾਂ ਇੱਕ ਸਮਾਨ ਹੁੰਦੀਆਂ ਹਨ, ਯਾਨੀ ਤਿੰਨੋਂ ਲਾਈਨਾਂ ਬਰਾਬਰ ਹੁੰਦੀਆਂ ਹਨ ਔਰ ਇਹ ਮਿਲ ਕੇ ਆਪਸ 'ਚ ਤਿਕੋਣ ਬਣਾਉਂਦੀਆਂ ਨੇ। ਇਸ ਲਈ ਇਹਨੂੰ ਪੰਜਾਬੀ ਦੇ ਵਿੱਚ ਤਿਕੋਣ ਕਹਿੰਦੇ ਹਨ। ਉਸ ਦੇ ਜਿਹੜੇ ਕੋਣ ਨੇ ਇਹ ਵੀ ਇੱਕ ਸਮਾਨ ਹੁੰਦੇ ਹਨ। ਭਾਵ ਜਿਹੜਾ ਸਮਭੁਜੀ ਤਿਕੋਣ ਆ ਇਹ 60 ਡਿਗਰੀ ਦੇ ਤਿੰਨ ਕੋਣ ਬਣਾਉਂਦਾ ਹੈ। ਟੋਟਲ ਇਹ 180 ਡਿਗਰੀ ਦੇ ਤਿਕੋਣ ਬਣਾਉਂਦਾ ਹੈ। ਸੋ ਇਸ ਨੂੰ ਆਖਦੇ ਹਾਂ ਸਮਭੁਜੀ ਤਿਕੋਣ ਯਾਨੀ ਇਕੁਲੇਟਰਲ ਟਰਾਇਐਂਗਲਸ। ਇਸੇ ਤਰ੍ਹਾਂ ਸਾਡੇ ਕੋਲ ਨੈਕਸਟ ਕੋਣ ਹੈਗਾ ਵਾ ਆਈਸੋਸਲੀਸ ਟਰਾਇਐਂਗਲ। ਇਸ ਨੂੰ ਅਸੀਂ ਪੰਜਾਬੀ 'ਚ ਦੋ ਭੁਜੀ ਤਿਕੋਣ ਕਹਿੰਦੇ ਹਨ। ਭਾਵ ਜਿਸ ਦੀਆਂ ਦੋ ਭੁਜਾਵਾਂ ਬਰਾਬਰ ਹੋਣ। ਇਸ ਦੀਆਂ ਇਹ ਉੱਪਰ ਵਾਲੀਆਂ ਦੋਨੇ ਭੁਜਾਵਾਂ ਬਰਾਬਰ ਆ, ਜਿਹੜੀ ਬੇਸ ਲਾਈਨ ਆ ਉਹ ਛੋਟੀ ਹੈ ਅਤੇ ਇਹਦੇ ਇਹ ਦੋਨੋਂ ਕੋਣ ਬਰਾਬਰ ਹਨ, ਇਸ ਲਈ ਇਹਨੂੰ ਸਮਦੋਭੁਜੀ ਤਿਕੋਣ ਕਹਿੰਦੇ ਹਨ। ਇਸੇ ਤਰ੍ਹਾਂ ਸਾਡੇ ਕੋਲ ਨੈਕਸਟ ਹੈਗਾ ਹੈ ਸਕੈਲੀਨ ਟਰਾਇਐਂਗਲ। ਇਸ ਨੂੰ ਅਸੀਂ ਅਸਮ ਕੋਣ ਆਖਦੇ ਹਨ। ਭਾਵ ਇਸ ਦਾ ਕੋਈ ਵੀ ਕੋਣ ਬਰਾਬਰ ਨਹੀਂ ਹੈ। ਇਸੇ ਤਰ੍ਹਾਂ ਨੈਕਸਟ ਸਾਡੇ ਕੋਲ ਹੈ ਰਾਈਟ ਐਂਗਲ ਟਰਾਇਐਂਗਲ। ਰਾਈਟ ਐਂਗਲ ਟਰਾਇਐਂਗਲ ਨੂੰ ਅਸੀਂ ਸਮਕੋਣ ਤਿਕੋਣ ਕਹਿੰਦੇ ਹਨ। ਭਾਵ ਕਿ ਇਹਦਾ ਜਿਹੜਾ ਬੇਸ ਲਾਈਨ 'ਤੇ 90 ਡਿਗਰੀ ਦਾ ਕੋਣ ਹੁੰਦਾ ਹੈ, ਸਮਕੋਣ ਬਣਾਉਂਦਾ ਹੈ। ਇਹ ਐਂਗਲ ਦੇ ਵਿੱਚ ਸਮਕੋਣ ਬਣਦਾ ਹੈ, ਇਸ ਕਰਕੇ ਇਹਨੂੰ ਰਾਈਟ ਐਂਗਲ ਟਰਾਇਐਂਗਲ ਕਹਿੰਦੇ ਹਨ। ਇਸੇ ਤਰ੍ਹਾਂ ਨੈਕਸਟ ਸਾਡੇ ਕੋਲ ਹੈ ਐਬਟਿਊਜ਼ ਐਂਗਲ ਟਰਾਇਐਂਗਲ। ਭਾਵ ਇਸ ਦੇ ਵਿੱਚ ਅਧਿਕ ਕੋਣ ਬਣਦਾ ਹੈ, ਇਸ ਕਰਕੇ ਇਹਨੂੰ ਐਬਟਿਊਜ਼ ਐਂਗਲ ਟਰਾਇਐਂਗਲ ਆਖਦੇ ਹਨ। ਨੈਕਸਟ ਸਾਡੇ ਕੋਲ ਹੈਗਾ ਐਕਿਊਟ ਐਂਗਲ ਟਰਾਇਐਂਗਲ। ਇਸ ਨੂੰ ਅਸੀਂ ਪੰਜਾਬੀ 'ਚ ਨਿਊਨ ਕੋਣ ਤਿਕੋਣ ਆਖਦੇ ਹਨ। ਜਿਸ ਦੇ ਵਿੱਚ 90 ਡਿਗਰੀ ਤੋਂ ਘੱਟ ਵਾਲੇ ਐਂਗਲ ਬਣਦੇ ਹੋਣ ਉਸ ਨੂੰ ਐਕਿਊਟ ਐਂਗਲ ਟਰਾਇਐਂਗਲ ਕਹਿੰਦੇ ਹਨ। ਇਸੇ ਤਰ੍ਹਾਂ ਨੈਕਸਟ ਅਸੀਂ ਸਿੱਖਾਂਗੇ ਟਰਾਇਐਂਗਲ ਦੇ ਵਿੱਚ ਵੱਖ-ਵੱਖ ਲਾਈਨਾਂ ਨੂੰ ਅਸੀਂ ਕੀ ਆਖਦੇ ਹਾਂ। ਵੱਖ-ਵੱਖ ਟਰਾਇਐਂਗਲ ਦੇ ਵਿੱਚ ਵੱਖ-ਵੱਖ ਲਾਈਨਾਂ ਨੂੰ ਅਸੀਂ ਕੀ ਆਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਿੱਖਾਂਗੇ ਸਮਭੁਜੀ ਤਿਕੋਣ ਦੇ ਬਾਰੇ। ਇਸ ਦੀ ਏ ਬੀ ਲਾਈਨ ਨੂੰ ਅਸੀਂ ਬੇਸ ਯਾਨੀ ਆਧਾਰ ਰੇਖਾ ਆਖਦੇ ਹਾਂ। ਇਸੇ ਤਰ੍ਹਾਂ ਸਾਈਡ ਲਾਈਨ ਨੂੰ ਅਸੀਂ ਆਮ ਭੁਜਾ ਜਾਂ ਬਾਹੀ ਆਖਦੇ ਹਾਂ ਪੰਜਾਬੀ ਵਿੱਚ। ਔਰ ਇਸੇ ਤਰ੍ਹਾਂ ਇਹਦੀ ਹਾਈਟ ਨੂੰ ਐਲਟੀਟਿਊਡ ਨੂੰ ਅਸੀਂ ਉਚਾਈ ਜਾਂ ਲੰਬ ਰੇਖਾ ਆਖਦੇ ਹਾਂ। ਇਸੇ ਤਰ੍ਹਾਂ ਨੈਕਸਟ ਸਾਡੇ ਕੋਲ ਹੈ ਸਮਕੋਣ ਤਿਕੋਣ। ਜਿਸ ਤਿਕੋਣ ਦੇ ਵਿੱਚ ਜਿਸ ਟਰਾਇਐਂਗਲ ਦੇ ਵਿੱਚ 90 ਡਿਗਰੀ ਦਾ ਕੋਣ ਬਣਦਾ ਹੈ ਉਸ ਨੂੰ ਸਮਕੋਣ ਤਿਕੋਣ ਯਾਨੀ ਰਾਈਟ ਐਂਗਲ ਟਰਾਇਐਂਗਲ ਕਹਿੰਦੇ ਹਨ। ਇਸੇ ਤਰ੍ਹਾਂ ਇਸ ਦੀ ਜਿਹੜੀ ਏ ਬੀ ਲਾਈਨ ਹੈ ਇਸ ਨੂੰ ਅਸੀਂ ਬੇਸ ਜਾਂ ਆਧਾਰ ਰੇਖਾ ਬੋਲਦੇ ਹਾਂ। ਇਸੇ ਤਰ੍ਹਾਂ ਜੋ ਰੇਖਾ 90 ਡਿਗਰੀ ਦਾ ਤਿਕੋਣ ਬਣਾਉਂਦੀ ਹੈ ਇਸ ਨੂੰ ਪਰਪੈਂਡੀਕੂਲਰ ਲਾਈਨ ਯਾਨੀ ਲੰਬ ਰੇਖਾ ਆਖਦੇ ਹਾਂ। ਇਸੇ ਤਰ੍ਹਾਂ ਨੈਕਸਟ ਸਾਡੇ ਕੋਲ ਹੈਗਾ ਹਾਈਪੋਟੈਨਸਿਸ ਲਾਈਨ। ਇਹ ਲਾਈਨ ਜਿਹੜੀ ਕਿ 90 ਡਿਗਰੀ ਦੇ ਐਂਗਲ ਵਾਲੀ ਲਾਈਨ ਤੋਂ ਦੂਸਰੀ ਲਾਈਨ ਹੋਵੇ, ਉਹਦੇ ਸਾਹਮਣੇ ਵਾਲੀ ਲਾਈਨ ਹੋਵੇ 90 ਡਿਗਰੀ ਦੇ ਐਂਗਲ ਵਾਲੀ ਲਾਈਨ ਤੋਂ ਓਪੋਜ਼ਿਟ ਦੂਸਰੇ ਪਾਸੇ ਵਾਲੀ ਲਾਈਨ ਹੋਵੇ, ਉਸ ਨੂੰ ਅਸੀਂ ਹਾਈਪੋਟੈਨਸਿਸ ਲਾਈਨ ਯਾਨੀ ਕਰਨ ਰੇਖਾ ਆਖਦੇ ਹਾਂ। ਸੋ ਇਸੇ ਤਰ੍ਹਾਂ ਅਸੀਂ ਸਿੱਖਾਂਗੇ ਟਰਾਇਐਂਗਲ ਨੂੰ ਕਿਵੇਂ ਡਰਾਅ ਕਰਨਾ। ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਟੇਟਮੈਂਟ ਨੂੰ ਪੜ੍ਹਦੇ ਹਾਂ। ਸਾਨੂੰ ਦਿੱਤੇ ਹੋਏ ਆਧਾਰ ਏ ਬੀ 'ਤੇ ਸਮਭੁਜ ਤਿਕੋਣ ਬਣਾਓ। ਸਮਭੁਜ ਤੋਂ ਭਾਵ ਜਿਹਦੀਆਂ ਤਿੰਨੇ ਭੁਜਾਵਾਂ ਇੱਕ ਸਮਾਨ ਹੋਣ ਅਤੇ ਟਰਾਇਐਂਗਲ ਦੇ ਤਿੰਨੇ ਕੋਣ ਇੱਕੋ ਜਿਹੇ ਬਣਦੇ ਹੋਣ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਧਾਰ ਜਿਹੜਾ ਵਾ ਏ ਬੀ ਲਾਈਨ ਡਰਾਅ ਕਰਦੇ ਹਾਂ। ਸੋ ਇਹ ਸਾਡੀ ਹੋ ਗਈ ਏ ਬੀ ਰੇਖਾ। ਏ ਬੀ ਲਾਈਨ। ਹੁਣ ਸਮਭੁਜ ਭਾਵ ਇਹਦੀਆਂ ਜਿਹੜੀਆਂ ਦੂਸਰੀਆਂ ਦੋ ਭੁਜਾਵਾਂ ਉਹ ਵੀ ਇਹਦੇ
ए बी रेखा जिते बराबर होण। सो असीं कंपस की मदद नाल समभुज त्रिकोण बनाते हैं। सब तो पहला कंपस नूं ए बी जिन्ना खोल लैंदे आ, फिर पॉइंट बी ते रख के एक जिहड़ी आ आर्क ड्रॉ करते हैं। हुण इहदा इन्ना ही रेडियस रखांगे, कंपस नूं छोटा जिहा वड्डा नहीं करांगे। पॉइंट बी ए ते रखांगे, बी जिन्ना ओपन करके दूसरी साइड तो एक आर्क जिहड़ी आ ड्रॉ कर दिंदे आ, जिहड़ी कि इस पहली आर्क नूं इस पॉइंट ते कट्टे। और इत्थों असीं स्केल की मदद नाल पॉइंट बी दे नाल और पॉइंट ए दे नाल मिला देंगे। ये साडा बन गया ए बी सी समभुज त्रिकोण। इसी तरह नैक्सट साडे को है इसी तरह साडे को दूसरा है एक सम दो बाही त्रिकोण बनाओ जिसका आधार बी सी अते एक बाही एस मालूम है। भाव इहदे विच सानू दो बाही मतलब त्रिकोण दियां दो भुजावां बराबर होण। सो जिसका आधार सानू बी सी और एक बाही एक जिहड़ी भुजा वा एस दे मालूम दित्ती गई है। इत्थे असीं एस भुजा जिहड़ी है ड्रॉ कर लैंदे आ साइड ते, और बेस लाइन जिहड़ी आ एस भुजा और बेस लाइन आ डायरैक्ट इत्थे ड्रॉ कर लांगे। ਇਹਦੇ ਵਿੱਚ ਸਾਨੂੰ किसी भी इन्हां लाइनां दा इन्हां रेखां दा कोई माप नहीं दिता गया, कोई मेजरमेंट नहीं दी गई, इस करके इन्हां नूं बिना मेजर कीते ही असीं इधर ड्रॉ कर रहे हैं। सो सब तो पहला असीं बी सी जिहड़ा वा आधार आ बेस आ ड्रॉ कर लेने आ। और उस तो बाद असी एस जिहड़ी है भुजा सानू दित्ती गई है उन्होंने मिण के पॉइंट सी ते रख के उपर नूं एक आर्क लगा देंगे। इन्नी असी दूसरी उपर रखांगे कंपस नूं, और पॉइंट बी ते रख के असी दूसरी चाप लगा देंगे जिहड़ी कि इस पहली चाप नूं कट्टे। और जिथे ये आपस कटदियां ने उस पॉइंट सी नूं असी पॉइंट ए नूं असी सी दे नाल और बी दे नाल मिला देंगे। सो इस तरह ये साडा बन गया सम दो बाही त्रिभुज। इहदियां ए दोने बाहियां एक समान ने, एस दे बराबर ने और एक समान ने, इस करके ये साडा बन गया सम दो बाही त्रिकोण। सो इसी तरह साडे को नैक्सट है सीखते हैं सम एक सम दो बाही त्रिकोण बनाओ जिसका आधार बी सी अते ऊंचाई एच दी गई है। सो इसी तरह सानू पिछले त्रिकोण दे विच बाही दी गई ही, भाव सानू उहदी भुजा साडी आम एक साइड दी गई ही, इहदे विच सानू उहदा हाइट यानी एल्टीट्यूड दिता गया वा। असीं इत्थे अलग तो ड्रॉ कर लें, ये भी बिना मेजर कीते आ। ये साडी एच रेखा होगी यानी ऊंचाई होगी, ऊंचाई, और ये सानू दिता गया आधार यानी बेस लाइन। और इसी तरह असी बेस लाइन को ड्रॉ करांगे बी और सी, और ये सेंटर दे विच देखो एक आसान जिहा तरीका दसदा, दो तरीके नाल तुसीं कर सकते हो। अध तो ज़्यादा कंपस नूं ओपन कर लेना और आर्क लगा देनी उपर नूं, और इस तरह बी पॉइंट ते रख के भी आर्क लगा देनी। जिथे एक कटदी है उत्थों तुसीं उपर वाल नूं लाइन जिहड़ी है खिंच देनी है। ज़्यादा तुसीं इस पॉइंट डी ते 90 डिग्री का एंगल भी ड्रॉ कर सकते हो, पर यह बहुत आसान तरीका है कंपस के नाल बिल्कुल तुहाडे सेंटर 'च एक लाइन नूं दो बराबर हिस्सों के विच वंडता। और नैक्सट स्टैप है साडे को
ਜਿਹੜੀ ਸਾਨੂੰ ਹਾਈਟ ਦਿੱਤੀ ਗਈ ਹੈ h, ਉਹਨੂੰ ਅਸੀਂ ਮਿਣਦੇ ਹਾਂ ਔਰ डी ਪੁਆਇੰਟ 'ਤੇ ਰੱਖ ਕੇ ਉੱਪਰ ਕੱਟ ਲਾ ਦਿੰਦੇ ਹਾਂ ਜਿਹੜੀ ਇਸ ਲਾਈਨ, ਜਿਹੜੀ ਇਹ ਸੈਂਟਰ 'ਚੋਂ ਲਾਈਨ ਜਿਹੜੀ ਨਿਕਲਦੀ ਹੈ ਹਾਈਟ ਦੀ, ਔਰ ਜਿੱਥੇ ਇਹ ਲਾਈਨ ਕੱਟਦੀ ਹੈ ਉਹਨਾਂ ਪੁਆਇੰਟਾਂ ਨੂੰ ਅਸੀਂ ਇਸ ਪੁਆਇੰਟ ਨੂੰ A ਔਰ A ਨੂੰ ਅਸੀਂ ਪੁਆਇੰਟ B ਦੇ ਨਾਲ ਔਰ ਪੁਆਇੰਟ C ਦੇ ਨਾਲ ਮਿਲਾ ਦਿੰਦੇ ਹਾਂ। ਇਹ ਸਾਡਾ ਹੋ ਗਿਆ ਸਮ ਦੋ ਬਾਹੀ ਤਿਕੋਣ ਆਧਾਰ BC ਅਤੇ ਉਚਾਈ h। ਇਹ ਸਾਡੀ ਉਚਾਈ ਹੋ ਗਈ h। ਸੋ ਇਸੇ ਤਰ੍ਹਾਂ ਅਸੀਂ ਨੈਕਸਟ ਕਰਦੇ ਹਾਂ ਕੁਐਸਚਨ। ਇੱਕ ਅਸਮਬਾਹੀ ਤਿਕੋਣ ਬਣਾਓ ਜਦ ਕਿ A B ਅਤੇ C ਤਿੰਨ ਬਾਹੀਆਂ ਦਿੱਤੀਆਂ ਗਈਆਂ ਹਨ। ਇਹਦੇ ਵਿੱਚ ਸਾਨੂੰ ਅਸਮਬਾਹੀ ਭਾਵ ਜਿਹਦੀਆਂ ਬਾਹੀਆਂ, ਜਿਹਦੀਆਂ ਲਾਈਨਾਂ, ਜਿਹਦੀਆਂ ਸਾਈਡਾਂ ਆਪਸ ਦੇ ਵਿੱਚ ਸਮਾਨ ਨਾ ਹੋਣ, ਉਹਨੂੰ ਅਸੀਂ ਆਖਦੇ ਹਾਂ ਅਸਮਬਾਹੀ। ਇਸੇ ਕਰਕੇ ਸਾਨੂੰ ਨੀਚੇ ਤਿੰਨ ਜਿਹੜੀਆਂ ਭੁਜਾਵਾਂ ਅਲੱਗ-ਅਲੱਗ ਦਿੱਤੀਆਂ ਗਈਆਂ ਹਨ, A B ਔਰ C। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ A B C ਤਿੰਨ ਲਾਈਨਾਂ ਸਾਈਡ 'ਤੇ ਡਰਾਅ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ A B ਔਰ C। ਸੋ ਇਹਦੇ ਵਿੱਚ ਇਹਨਾਂ ਦਾ ਕੋਈ ਸਾਨੂੰ ਮਾਪ ਨਹੀਂ ਦਿੱਤਾ ਗਿਆ, ਕੋਈ ਮੇਜ਼ਰਮੈਂਟ ਨਹੀਂ ਦਿੱਤੀ ਗਈ, ਇਸ ਕਰਕੇ ਬਿਨਾਂ ਮੇਜ਼ਰ ਕੀਤੇ ਹੀ ਅਸੀਂ ਲਾਈਨਾਂ ਨੂੰ ਡਰਾਅ ਕਰ ਲਿਆ ਹੈ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੰਪਸ ਦੇ ਨਾਲ ਪੁਆਇੰਟ A ਨੂੰ ਮਿਲ ਲੈਂਦੇ ਹਾਂ। ਤੁਸੀਂ ਸਕੇਲ ਨਾਲ ਵੀ ਮਿਲ ਸਕਦੇ ਹੋ, ਪਰ ਕੰਪਸ ਦੇ ਨਾਲ ਜਿੰਨੀ ਅਸੀਂ ਸਾਈਡ 'ਤੇ ਲਾਈਨ ਡਰਾਅ ਕੀਤੀ ਆ ਉਨੀ ਹੀ ਹੋਏਗੀ। ਔਰ ਇੱਥੇ ਮਾਰਕ ਲਗਾ ਲੈਂਦੇ ਹਾਂ ਦੋਨੋਂ ਕੁਛ ਇਸ ਤਰ੍ਹਾਂ। ਸਕੇਲ ਦੀ ਮਦਦ ਦੇ ਨਾਲ ਇਹਨਾਂ ਨੂੰ ਆਪਸ ਲਾ ਦਿੰਦੇ। ਇਹ ਸਾਡੀ ਹੋ ਗਈ ਬੇਸ ਲਾਈਨ A। ਇੱਥੇ ਅਸੀਂ A ਲਿਖ ਲਾਂਗੇ। ਔਰ ਨੈਕਸਟ ਅਸੀਂ ਦੂਸਰੀ ਲਾਈਨ ਜਿਹੜੀ ਆ B ਲਾਈਨ ਨੂੰ ਕੰਪਸ ਨਾਲ ਮਿਲ ਕੇ ਪੁਆਇੰਟ A ਦੇ ਰੱਖ ਕੇ ਇੱਕ ਆਰਕ ਜਿਹੜੀ ਆ ਲਗਾ ਦਾਂਗੇ। ਇਸੇ ਤਰ੍ਹਾਂ ਅਸੀਂ C ਲਾਈਨ ਨੂੰ, C ਭੁਜਾ ਨੂੰ ਮਿਣਾਂਗੇ ਔਰ ਪੁਆਇੰਟ B 'ਤੇ ਰੱਖ ਕੇ ਦੂਸਰੀ ਆਰਕ ਲਗਾ ਦਾਂਗੇ। ਜਿੱਥੇ ਆਪਸ 'ਚ ਕੱਟਦੀਆਂ ਨੇ ਉਹਨਾਂ ਪੁਆਇੰਟਾਂ ਨੂੰ ਅਸੀਂ A ਦੇ ਨਾਲ ਔਰ B ਨਾਲ ਬਣਾ ਦਾਂਗੇ। ਇਹ ਸਾਡਾ A B C ਟਰਾਇੰਗਲ ਹੋ ਗਿਆ। ਇਹ ਸਾਡੀ A ਲਾਈਨ ਆ, ਇਹ B ਔਰ ਇਹ C। ਇਸੇ ਤਰ੍ਹਾਂ ਸਾਡੇ ਕੋਲ ਨੈਕਸਟ ਹੈ ਇੱਕ ਤਿਕੋਣ ਬਣਾਓ ਜਦ ਕਿ ਆਧਾਰ AB ਅਤੇ ਕੋਣ A ਅਤੇ ਉਸ ਕੋਣ ਦੇ ਸਾਹਮਣੇ ਦੀ ਬਾਹੀ S ਮਾਲੂਮ ਹੈ। ਸਾਨੂੰ ਇਹਦੇ ਵਿੱਚ ਤਿੰਨ ਚੀਜ਼ਾਂ ਦਿੱਤੀਆਂ ਗਈਆਂ। ਸਭ ਤੋਂ ਪਹਿਲਾਂ ਆਧਾਰ ਰੇਖਾ, ਦੂਸਰਾ ਸਾਨੂੰ ਇੱਕ ਐਂਗਲ ਦਿੱਤਾ ਗਿਆ ਜਿਹਦਾ ਨਾਮ A ਆ, ਔਰ ਤੀਸਰੀ ਸਾਨੂੰ ਇੱਕ ਸਾਈਡ ਦੀ ਲਾਈਨ ਹੈ, ਯਾਨੀ ਇੱਕ ਭੁਜਾ ਦਿੱਤੀ ਗਈ ਹੈ ਜਿਹਦਾ ਨਾਮ ਹੈ S। ਅਸੀਂ ਸਭ ਤੋਂ ਪਹਿਲਾਂ ਇੱਥੇ ਇੱਕ ਜਿਹੜੀ ਹੈ S ਲਾਈਨ, S ਭੁਜਾ ਡਰਾਅ ਕਰ ਲੈਂਦੇ ਹਾਂ। ਸਾਡੇ ਕੋਲ S ਬਾਹੀ ਹੋ ਗਈ, ਸਾਈਡ ਲਾਈਨ। ਔਰ ਇਸੇ ਤਰ੍ਹਾਂ ਸਾਡੇ ਕੋਲ ਇੱਕ ਐਂਗਲ ਹੋ ਗਿਆ, ਇੱਕ ਕੋਨ ਹੋ ਗਿਆ। ਇਹਦੀ ਵੀ ਸਾਨੂੰ ਕੋਈ ਡਿਗਰੀ ਨਹੀਂ ਦਿੱਤੀ ਗਈ, ਇਹ ਵੀ ਅਸੀਂ ਕੋਈ ਵੀ ਲੈ ਲਾਂਗੇ। ਅਸੀਂ ਇੱਥੇ 60 ਡਿਗਰੀ ਦਾ ਐਂਗਲ ਡਰਾਅ ਕਰ ਲੈਂਦੇ ਹਾਂ A। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੱਥੇ ਸਾਡੇ ਕੋਲ ਬੇਸ ਲਾਈਨ ਹੈ A ਔਰ B। ਨੈਕਸਟ ਸਾਡੇ ਕੋਲ ਇੱਕ ਐਂਗਲ ਕੋਣ A, ਅਸੀਂ ਇਹਨੂੰ A ਪੁਆਇੰਟ 'ਤੇ ਹੀ ਡਰਾਅ ਕਰ ਲੈਂਦੇ ਹਾਂ। B 'ਤੇ ਵੀ ਡਰਾਅ ਕਰ ਸਕਦੇ ਹਾਂ, ਗਲਤ ਨਹੀਂ ਹੋਏਗਾ ਕੁਐਸਚਨ। ਅਸੀਂ ਇੱਧਰ A 'ਤੇ ਡਰਾਅ ਕਰ ਲੈਂਦੇ ਹਾਂ। ਸਾਨੂੰ ਇੱਧਰ ਐਂਗਲ ਦੀ ਕੋਈ ਡਿਗਰੀ ਨਹੀਂ ਦਿੱਤੀ ਗਈ, ਇਸ ਕਰਕੇ ਇਹਨੂੰ ਇੱਦਾਂ ਵੀ ਤੁਸੀਂ ਡਰਾਅ ਕਰ ਸਕਦੇ ਹੋ, ਪਰ ਅਸੀਂ ਇੱਧਰ ਇੱਥੇ ਇੱਕ ਐਂਗਲ ਡਰਾਅ ਕਰ ਲਿਆ। ਸੋ ਨੈਕਸਟ ਸਟੈਪ ਹੈ ਅਸੀਂ S ਬਾਹੀ ਨੂੰ ਮਿਲਾਂਗੇ
ਜਿਹੜੀ ਕਿ ਸਾਹਮਣੇ ਦੀ ਬਾਹੀ, ਕੋਣ A ਅਤੇ ਉਸ ਦੇ ਸਾਹਮਣੇ ਦੀ ਬਾਹੀ S ਬਣਾਉਣ। ਇਸ ਦੇ ਸਾਹਮਣੇ ਦੀ ਬਾਹੀ ਸਾਡੇ ਕੋਲ ਕਿਹੜੀ ਹੈ? S। ਹੁਣ ਇੱਥੇ ਇੱਕ ਆਰਕ ਲਗਾਉਂਦੇ ਹਾਂ ਜਿਹੜੀ ਇਸ ਲਾਈਨ ਨੂੰ ਕੱਟਦੀ ਹੈ, ਔਰ ਜਿੱਥੇ ਇਹ ਕੱਟਦੀ ਹੈ ਉਹਨੂੰ ਅਸੀਂ ਪੁਆਇੰਟ B ਨਾਲ ਬਣਾਵਾਂਗੇ। ਇਹ ਸਾਡੇ ਕੋਲ ABC ਜਿਹੜਾ ਵਾ ट्रायंगल हो गया। आधार AB, बाही S और कोण साडे को A, तिन्ने चीज़ां साडियां पूरियां आ गई। इस तरह नैक्सट असीं करांगे इस विच एक समकोण त्रिकोण बनाओ जद कि आधार AB ਅਤੇ लंब बाही P दिता होया है। सो समकोण त्रिकोण ਉਹ त्रिकोण ਹੁੰਦਾ ਹੈ ਜਿਹਦੇ ਵਿੱਚ ਰਾਈਟ ਐਂਗਲ ਯਾਨੀ ਸਮਕੋਣ ਬਣਦਾ ਹੈ, ਉਸਨੂੰ ਸਮਕੋਣ त्रिकोण ਆਖਦੇ ਹਨ। ਇਹਦੇ ਵਿੱਚ ਸਾਨੂੰ ਆਧਾਰ ਜਿਹੜੀ ਰੇਖਾ ਦਿੱਤੀ ਗਈ ਹੈ ਔਰ ਲੰਬ ਸਾਨੂੰ ਕਿਹਦੇ ਬਰਾਬਰ ਦਿੱਤਾ ਗਿਆ ਹੈ? P ਰੇਖਾ ਦੇ। ਸਭ ਤੋਂ ਪਹਿਲਾਂ ਅਸੀਂ ਜਿਹੜਾ ਵਾ P ਰੇਖਾ ਨੂੰ, P ਬਾਹੀ ਨੂੰ ਡਰਾ ਕਰ ਲੈਂਦੇ ਹਾਂ ਸਾਈਡ ਤੇ। ਜਿਹੜੀ ਬੇਸ ਲਾਈਨ ਆ ਆਧਾਰ ਰੇਖਾ ਹੈ ਉਹਨੂੰ ਅਸੀਂ ਡਾਇਰੈਕਟ ਹੀ ਇੱਧਰ ਡਰਾ ਕਰ ਲੈਂਦੇ ਹਾਂ, ਕਿਉਂਕਿ ਅਲੱਗ ਡਰਾ ਕਰਨ ਦੀ ਜ਼ਰੂਰਤ ਨਹੀਂ ਹੈ। ਇੱਧਰ ਅਸੀਂ AB ਜਿਹੜਾ ਆਧਾਰ ਰੇਖਾ ਨੂੰ ਡਰਾ ਕਰ ਰਿਹਾ ਔਰ ਇਹ ਲਾਈਨ ਤੇ ਅਸੀਂ ਇੱਕ ਸਮਕੋਣ ਬਣਾਉਣ ਲਈ ਸਾਨੂੰ ਇੱਧਰ 90 ਡਿਗਰੀ ਦਾ ਐਂਗਲ ਡਰਾ ਕਰਨਾ ਪਏਗਾ ਔਰ ਕੰਪਸ ਦੀ ਮਦਦ ਦੇ ਨਾਲ ਅਸੀਂ ਇੱਧਰ 90 ਡਿਗਰੀ ਦਾ ਐਂਗਲ ड्रॉ करते हैं। सो यह साडा जिहड़ा 90 डिग्री का एंगल बन गया। फिर असी लंब रेखा P नूं मिलते हैं, जिन्नी साडी P है उन्नी असी इस लाइन ते कट ला देने हैं P दे जिन्ना मिल के, और जिथे कट लगता है वो पॉइंट नूं पॉइंट B दे नाल मिला देंगे। ये साडा ABC लंब P जिन्ना ट्रायंगल हो गया। तो साडे को आधार AB है, लंब बाही P जिहड़ा तक। लंब का मतलब 90 डिग्री का कोण, 90 डिग्री का सीधी लाइन। सो नैक्सट असी करते हैं नैक्सट क्वेश्चन है साडे को एक समकोण त्रिकोण बनाओ जद कि आधार AB ਅਤੇ कर्ण S दिता गया। सब तो पहला जिहड़ा असी कर्ण लाइन है S लाइन इनू मिल लेने साइड ते ड्रॉ कर लेने। ये साडे को S लाइन है और बेस जिहड़ा वा साडे को AB जी बेस में असी ड्रॉ कर लिया। बेस थोड़ा जिहा कट करते हैं। कर्ण रेखा त्रिकोण दे विच वो रेखा होंदी है जिहड़ी 90 डिग्री दे एंगल दी लाइन तो ओपोसाइड होवे यानी विरोधी होवे, उहदे सामने वाली लाइन नूं असी कर्ण रेखा आखदे हां। सो शुरू करते हैं इसमें। सब तो पहला असी बेस लाइन ड्रॉ किया, फिर AB ते असी समकोण बनावांगे। समकोण तो भाव असी राइट एंगल यानी 90 डिग्री का कोण बनावांगे कंपस की मदद दे नाल। असी 90 डिग्री का कोण जिहड़ा इधर ड्रॉ करते हैं। इस लाइन उपर तक वधा दिंदे आ। पहला पिछले क्वेश्चन दे विच असीं देखिया सानूं एक लंब रेखा दी गई ही। लंब रेखा तो भाव 90 डिग्री की लाइन नूं कट करने लई। हुण साडे कोल कर्ण रेखा वो हुंदी है जिहड़ी 90 डिग्री की लाइन के सामने पासे हुंदी है। इसलिए असीं कर्ण रेखा नूं मिलदे आ, जिन्नी साडी कर्ण रेखा है ने असीं मिल के पॉइंट B दे रख के कट लगा देंगे। जिथे इस लाइन नूं कटदी है उस लाइन तो असीं पॉइंट C नूं पॉइंट B ना
मिला देंगे। ये साडा हो गया ABC समकोण त्रिकोण।